हाँ भी सज्जनों मित्रों सत श्री अकाल सारिਆਂ ਨੂੰ। मैं अज ਤੁਹਾਡੇ ਨਾਲ गल करन जा रहा अलोप होए एक विरसे की ताणी। जिवें सियाणे कहंदे कि तेरा तंद ताणी उलझिया पिया यार, ते वो ताणी जिहड़ियां साडे बीबियां पहलां बुणदियां सी, हत्थीं खेस गदैले तैयार किए जाते सी, खेसियां तैयार कीतियां जांदियां सी। उस सिस्टम की मैं सारा किस तरह तैयारी हुंदी, की उहदे च वरतिया जांदा, की उन्हां चीज़ां दा नाम सी। भावें जमाने बदलदे नाल उन्हां चीज़ां दी कोई अज अहमियत नहीं रही ते घट है, अहमियत नहीं रही ते भावें घट समय दी लिहाज नाल उन्हां दी लोड़ बहुत घट है। पर सज्जनों वो कई चीज़ां जिन्हां दे नां गवाच चुके हैं, जिवें कि साडा चैनल गवाचे बोल दा मकसद ही ये है कि वो बोल वो शब्द वो चीज़ां दे नां जिहड़े अज नवीं जनरेशन नवीं बीबियां भैणां नवे बच्चे मुंडियां गायब हो चुके हैं। साडा मेन दिखाउण दा मकसद ये है कि वो गवाचे बोल दुबारे तुहाडे रूबरू कीते जाण, उन्हां चीज़ां बारे दस्सिया जावे जिहड़े कि पूरी तरह साडीआं जवानां चों साडे घरां चों गवाच चुके हैं। मैं उन्हां बोलां दी गल करन जा रिहा। आज वो मेरे हत्थ दे विच है, ਇਹਨੂੰ ਕਹਿੰਦੇ ਆ ਟੇਰਨ। ਸੱਜਣੋਂ ਪਹਿਲਾਂ ਜਦੋਂ ਪੂਣੀ ਨੂੰ ਕੱਤ ਕੇ ਇੱਕ ਗਲੋਟਾ ਤਿਆਰ ਕੀਤਾ ਜਾਂਦਾ ਹੈ, ਉਸ ਗਲੋਟੇ ਨੂੰ ਫਿਰ ਕੱਤ ਕੇ ਚਰਖੇ ਤੇ ਜਦੋਂ ਤਿਆਰ ਹੋ ਜਾਂਦਾ ਸੂਤ ਉਹਨੂੰ ਟੇਰਿਆ ਜਾਂਦਾ ਹੈ। ਭਾਵ ਉਹਦਾ ਇੱਕ ਰਾਉਂਡ ਜਿਹਾ ਬਣਾਇਆ ਜਾਂਦਾ ਹੈ, ਇਸ ਤਰ੍ਹਾਂ ਇਹਦੇ ਤੇ ਟੇਰ ਕੇ ਪੂਣੀਆਂ ਬਣਾਉਂਦੇ। ਉਸ ਕੱਚੇ ਸੂਤ ਨੂੰ ਇਹਦੇ ਤੇ ਇੱਕ ਰਾਉਂਡ ਬਣਾ ਕੇ ਫਿਰ ਉਸ ਨੂੰ ਤਾਰ ਕੇ ਉਸ ਜਿਹੜੇ ਸਰਕਲ ਬਣਦੇ ਆ ਉਹਨਾਂ ਨੂੰ ਇੱਕ ਦੂਜੇ ਨਾਲ ਜੁਆਇੰਟ ਕਰਿਆ ਜਾਂਦਾ, ਭਾਵ ਜੋੜਿਆ ਜਾਂਦਾ। ਉਹ ਚੀਜ਼ਾਂ ਨੂੰ ਜੋੜ ਕੇ ਕੱਚੇ ਸੂਤ ਨੂੰ ਫਿਰ ਮਾਈਆਂ ਉਹਨੂੰ ਰੰਗ ਦਿੰਦੀਆਂ ਆਪਣੀ ਹਿਸਾਬ ਮੁਤਾਬਕ। ਜਿਹੇ ਜੇ ਗਦੈਲੇ ਜਾਂ ਖੇਸੀਆਂ ਤਿਆਰ ਕਰਨੇ ਹੁੰਦੇ ਸੀ, ਜਿਹੇ ਜੇ ਰੰਗਾਂ ਦੀ ਲੋੜ ਉਹ ਰੰਗ ਦਿੱਤੇ ਜਾਂਦੇ ਸੀ। ਇਹ ਪਹਿਲਾਂ ਟੇਰ ਕੇ, ਜਿਹਨੂੰ ਕਹਿੰਦੇ ਟੇਰਨਾ, ਟੇਰ ਕੇ ਸੂਤ ਨੂੰ ਤਿਆਰ ਕੀਤਾ ਜਾਂਦਾ, ਫਿਰ ਰੰਗ ਦਿੱਤਾ ਜਾਂਦਾ। ਰੰਗ ਦੇ ਕੇ ਆਹ ਵੱਡਾ ਊਰਾ, ਇਹਨੂੰ ਕਹਿੰਦੇ ਸੀ ਊਰਾ, ਇਹਦੇ ਉੱਤੇ ਵੱਡੇ ਨਰਿਆਂ ਨੂੰ ਤਿਆਰ ਕੀਤਾ ਜਾਂਦਾ। ਉਹ ਨਰੇ ਤਿਆਰ ਕੀਤੇ ਜਾਂਦੇ ਜਿਨ੍ਹਾਂ ਦਾ ਤਾਣੀ ਦੇ ਲਈ ਇੱਕ ਤਾਣਾ ਤਿਆਰ ਕੀਤਾ ਜਾਂਦਾ ਸੀ, ਜਿਹਨੂੰ ਕਹਿੰਦੇ ਸੀ ਤਾਣਾ। ਉਹ ਧਾਗਿਆਂ ਨੂੰ ਲੰਮੇ ਲੋਟ ਨਰਿਆਂ ਤੇ ਗੋਲ ਬਣਾ ਕੇ ਜਿਹੜਾ ਰੰਗ ਤਾਣੇ ਦੇ ਰੂਪ 'ਚ ਵਰਤਣਾ ਸੀ ਉਸ ਰੰਗ ਨੂੰ ਨਰਿਆਂ 'ਚ ਲਿਆ ਜਾਂਦਾ, ਉਹਦਾ ਤਾਣਾ ਤਿਆਰ ਕੀਤਾ ਜਾਂਦਾ। ਉਹ ਤਾਣੇ ਨੂੰ ਆਹ ਜਿਹੜੇ ਕਹਿੰਦੇ ਆ ਰਸ਼, ਇਹਨਾਂ ਰਸ਼ਾਂ ਦੇ ਨਾਲ ਜੋੜ ਕੇ ਤੇ ਲੰਮੇ ਮੂਹਰੇ ਅੱਗੇ ਕਿੱਲਾ ਕੱਢ ਕੇ ਉਹਦੇ ਨਾਲ ਬੰਨਿਆ ਜਾਂਦਾ ਸੀ। ਇਹ ਰਸ਼ ਵੀ ਕਈ ਪ੍ਰਕਾਰ ਦੇ ਹੁੰਦੇ ਸੀ, ਜਿਵੇਂ ਆਹ ਰਸ਼ ਹੈ ਲੋਹੇ ਦੀਆਂ ਤਾਰਾਂ ਵਾਲਾ ਤੁਹਾਡੇ ਸਾਹਮਣੇ ਹੈ, ਇਹ ਖੇਸਾਂ ਵਾਲਾ ਗਦੈਲਿਆਂ ਵਾਲਾ ਰਸ਼ ਹੈ। ਇਸ ਤੇ ਗਦੈਲੇ ਤਿਆਰ ਕੀਤੇ ਜਾਂਦੇ ਸੀ ਜਿਹੜੇ ਖੱਦਰ ਤੇ ਹੁੰਦੇ। ਜਿਵੇਂ ਦੋ ਰਸ਼ ਮੇਰੇ ਕੋਲ ਹੋਰ ਪਏ ਆ ਪਏ, ਇਹਨਾਂ ਦੇ ਅਲੱਗ-ਅਲੱਗ ਸਾਈਜ਼ ਹੈ। ਇੱਕ ਵੱਡੇ ਪਣੇ ਦਾ ਜਿਹਨੂੰ ਵੱਡਾ ਬਰ ਕਹਿੰਦੇ ਸੀ, ਇੱਕ ਛੋਟੇ ਬਰ ਦਾ। ਇਹ ਸਪੈਸ਼ਲ ਖੇਸੀਆਂ ਲਈ ਸੀ। ਆਹ ਵੇਖੋ ਅੱਜ ਵੀ ਇਹਨਾਂ ਦੇ ਵਿੱਚ ਟੁਕੜੇ ਜਿਹੜੇ ਕਿ ਖੇਸਾਂ ਦੇ ਮੌਜੂਦ ਨੇ। ਆਹ ਹੋਰ ਰੰਗ ਦਾ ਹੈ, ਆਹ ਹੋਰ ਕਲਰ ਦਾ ਖੇਸ ਹੈ। ਜਿਹੜਾ ਮੈਂ ਤੁਹਾਨੂੰ ਆਹ ਤਾਰਾਂ ਵਾਲਾ ਰਸ਼ ਦਿਖਾਇਆ, ਇਹਦੇ 'ਚ ਗਦੈਲੇ ਦਾ ਕੱਪੜਾ ਅੱਜ ਵੀ ਹਾਜ਼ਰ ਪਿਆ, ਜਿੱਥੋਂ ਕਿ ਕੱਟ ਕੇ ਜਿਹੜਾ ਸਾਬਤ ਕੱਪੜਾ ਉਹ ਲਾ ਲਿਆ ਗਿਆ ਤੇ ਉਹਨੂੰ ਵਰਤੋਂ 'ਚ ਲਿਆਂਦਾ ਗਿਆ। ਇਹ ਰਸ਼ ਹੈ। ਇਹ ਰਸ਼ ਨਾ ਪੂਰੇ ਤੋਂ ਤਿਆਰ ਕੀਤਾ ਤਾਣਾ ਜੋੜਿਆ ਜਾਂਦਾ। ਫਿਰ ਇਹਦੀ ਬੁਣਤੀ ਦੇ ਲਈ ਜਿਹੜਾ ਦੂਜਾ ਪਾਰਟ, ਜਿਹਨੂੰ ਪੇਟਾ ਕਹਿੰਦੇ ਸੀ ਪਾਉਣ ਪੰਜਾਬੀ ਦੇ ਵਿੱਚ, ਉਹ ਤਾਣੇ ਦੇ ਵਿੱਚ ਪੇਟਾ ਪਾਉਣ ਦੇ ਲਈ ਇੱਕ ਐਸ ਊਰੀ ਦੀ ਇਸਤੇਮਾਲ ਕੀਤਾ ਜਾਂਦਾ। ਆਹ ਊਰਾ ਤੇ ਆਹ ਊਰੀ, ਇਹਦੇ ਇੱਕ ਨੜੀਆਂ ਤਿਆਰ ਕੀਤੀਆਂ ਜਾਣੀਆਂ। ਉਸ ਨੜੀਆਂ ਨੂੰ ਤਿਆਰ ਕਰਕੇ ਉਹ ਹੋਰ ਰੰਗ ਦੀਆਂ ਹੁੰਦੀਆਂ, ਜਿਸ ਰੰਗ ਦਾ ਪੇਟਾ ਪਾਉਣਾ ਸੀ ਉਸ ਨੜੀਆਂ ਨੂੰ ਆਹ ਊਰੀ ਤੇ ਤਿਆਰ ਕੀਤਾ ਜਾਂਦਾ। ਇਹਦੇ ਉੱਤੇ ਗੋਲ ਸਰਕਲ, ਉਹ ਜਿਹੜਾ ਸਰਕਲ ਰੰਗੇ ਹੁੰਦੇ ਸੀ ਜਿਨ੍ਹਾਂ ਨੂੰ ਮੈਂ ਤੁਹਾਨੂੰ ਦੱਸਿਆ ਕਿ ਟੇਰਨੇ ਤੇ ਤਿਆਰ ਕੀਤੇ ਹੋਏ ਗੋਲ ਸਰਕਲ, ਉਹ ਇਹਦੇ ਉੱਪਰ ਚੜਾਏ ਜਾਂਦੇ। ਇਹਦੇ ਤੇ ਵੀ ਇਸ ਤਰ੍ਹਾਂ ਹੁੰਦਾ, ਅੱਟੀਆਂ ਨੂੰ, ਜਿਹਨੂੰ ਕਿ ਅੱਟੀ ਕਿਹਾ ਜਾਂਦਾ ਪੰਜਾਬੀ 'ਚ, ਅੱਟੀ ਇਹਦੇ ਤੇ ਵੀ ਚੜਾਈ ਜਾਂਦੀ। ਉਹ ਨੜੇ ਤਿਆਰ ਕਰਨ ਦੀ ਖਾਤਰ ਤਾਣੇ ਲਈ ਇਹਦੇ ਤੇ ਅੱਟੀ ਚੜਾਈ ਜਾਂਦੀ, ਪੇਟੇ ਖਾਤਰ ਇਹਦੇ ਤੋਂ ਤਿਆਰ ਕੀਤੀ ਹੋਈ ਟੇਰਨੇ। ਉਹ ਅੱਟੀ ਨੂੰ ਫੇਰ ਤਿਆਰ ਕਰਕੇ ਉਹਦੇ ਤੋਂ ਨੜੀਆਂ ਤਿਆਰ ਕੀਤੀਆਂ ਛੋਟੀਆਂ। ਉਸ ਨੜੀਆਂ ਨੂੰ ਪੇਟੇ ਦੇ ਰੂਪ 'ਚ ਇਹਦੇ ਵਿੱਚ ਪਗਾਉਣ ਲਈ ਇਹਨਾਂ ਨਲਾਂ ਦੀ ਵਰਤੋਂ ਕੀਤੀ ਜਾਂਦੀ ਆ। ਨਲਾਂ ਭਾਵੇਂ ਕਿ ਅੱਜ ਦੀਆਂ ਭੈਣ ਬੀਬੀਆਂ ਬੱਚੇ ਨਹੀਂ ਜਾਣਦੇ, ਸ਼ਾਇਦ ਵੇਖਣ ਵਾਲੀ ਨਵੀਂ ਜਨਰੇਸ਼ਨ ਦਾ ਬੱਚਾ ਤਾਂ ਇਹਨੂੰ ਕਿਸ਼ਤੀ ਜਾਂ ਇੰਗਲਿਸ਼ 'ਚ ਕਹਿ ਲਓ ਬੋਟ ਹੀ ਦੱਸੂਗਾ। ਇਹ ਨਲਾਂ ਹੈ, ਇਹ ਉਹ ਨਲਾਂ ਜਿਹੜੀਆਂ ਕਿ
ਤਾਣੇ ਦੇ ਵਿਚਕਾਰ ਦੀ ਵਗਾਈਆਂ ਜਾਂਦੀਆਂ ਸੀ। ਇੱਧਰੋਂ ਇੱਧਰੋਂ ਵੱਖ-ਵੱਖ ਕਲਰ, ਇਹ 2 ਵੀ ਵਰਤੀਆਂ ਜਾਂਦੀਆਂ, 3 ਵੀ ਵਰਤੀਆਂ ਜਾਂਦੀਆਂ, ਸਿੰਗਲ ਵੀ ਵਰਤੀ ਜਾਂਦੀ। ਕਿਉਂ ਕਿ ਜਿੰਨੇ ਰੰਗ ਵਰਤਣੇ ਆ, ਜਿੰਨੇ ਅਸੀਂ ਗਦੈਲੇ ਦੇ ਵਿੱਚ ਉਹਨੂੰ ਡੱਬੀਦਾਰ ਬਣਾਉਣਾ, ਡਿਜ਼ਾਈਨਦਾਰ ਬਣਾਉਣਾ ਜਾਂ ਉਹਦੇ 'ਚ ਕੀ ਬਣਾਉਣਾ, ਉਨੇ ਰੰਗਾਂ ਦੀਆਂ ਨਲਾਂ ਵਗਾਈਆਂ ਜਾਂਦੀਆਂ ਸੀ। ਇਹਨਾਂ ਦੇ ਵਿੱਚ ਇੱਕ ਇੱਥੇ ਜਿਹੜੀ ਉਹ ਤਿਆਰ ਕੀਤੀ ਗਈ ਪਰਖੜੀ ਨਲੀ ਇਹਦੇ ਵਿੱਚ ਪਾਈ ਜਾਂਦੀ, ਉਹਦੇ ਲਈ ਇੱਕ ਤੋੜ ਹੁੰਦਾ ਸੀ, ਇਸ ਤਰ੍ਹਾਂ ਧਰਿਆ ਹੁੰਦਾ ਸੀ ਇੱਕ ਲੋਹੇ ਦਾ ਤੋੜ, ਉਹਦੇ ਵਿੱਚੋਂ ਪੈਂਦੀ ਤੇ ਇਹਨੂੰ ਨਲ ਨੂੰ ਵਗਾਇਆ ਜਾਂਦਾ। ਇਹ ਨਲਾਂ ਰਾਹੀਂ ਉਸ ਪੇਟੇ ਨੂੰ ਪੂਰਾ ਕੀਤਾ ਜਾਂਦਾ। ਪੇਟਾ ਚੱਲਦਾ ਰਹਿੰਦਾ, ਪਰ ਜਿਸ ਤਰ੍ਹਾਂ ਜਿਵੇਂ ਜਿਵੇਂ ਨਲਾਂ ਵਗਾਈਆਂ ਜਾਂਦੀਆਂ ਉਵੇਂ ਉਵੇਂ ਉਸ ਪੇਟੇ ਨੂੰ ਸੰਘਣਾ ਕਰਨ ਦੀ ਖਾਤਰ ਇਹ ਕਾਹ ਹੁੰਦੇ ਸੀ। ਇਹਨਾਂ ਨੂੰ ਵਰਤਿਆ ਜਾਂਦਾ ਸੀ ਕਿ ਜ਼ੋਰ ਨਾਲ ਉਸ ਤਾਣੇ ਦੇ ਤੰਦਾਂ ਦੇ ਵਿੱਚ ਦੀ ਉਸ ਪੇਟੇ ਤੇ ਮਾਰਿਆ ਜਾਂਦਾ ਸੀ, ਜਿਹਦੇ ਨਾਲ ਪੂਰੀ ਤਰ੍ਹਾਂ ਬੁਣਤੀ ਹੈ ਜਿਹੜੀ ਉਹ ਸੰਘਣੀ ਹੋ ਜਾਵੇ ਤੇ ਉਹ ਹੋ ਜਾਵੇ। ਇਹਨਾਂ ਨੂੰ ਹੱਥੇ ਆਖਿਆ ਜਾਂਦਾ ਸੀ। ਹੱਥੇ ਕਹਿੰਦੇ ਸੀ ਵੀ ਹੱਥੇ ਦੀ ਵਰਤੋਂ ਕਰਦੀਆਂ, ਉਹ ਕੁੱਟ ਕੇ ਉਹਦੇ ਨਾਲ ਉਸ ਪੇਟੇ ਤੇ ਤਾਣੇ ਨੂੰ ਪੂਰੀ ਤਰ੍ਹਾਂ ਸੰਘਣਾ ਕੀਤਾ ਜਾਂਦਾ ਸੀ। ਭਾਵ ਉਹਦਾ ਜਿਹੜੇ ਧਾਗੇ ਇੱਕ ਦੂਜੇ ਦੇ ਵਿੱਚ ਪੂਰੀ ਤਰ੍ਹਾਂ ਜੁਆਇੰਟ ਕੀਤੇ ਜਾਂਦੇ ਸੀ। ਹਾਂ ਵੀ ਸੱਜਣੋ, ਜਿਹੜੀ ਉਹ ਰਸ਼ ਦੇ ਵਿੱਚ ਕੰਘੀ ਹੁੰਦੀ ਸੀ। ਆਹ ਕੰਘੀਆਂ ਜਿਹੜੀਆਂ ਇਹਦੇ ਵਿੱਚ ਕੰਘੀਆਂ ਜਿਵੇਂ ਅਲੱਗ-ਅਲੱਗ ਕੰਘੀਆਂ ਪਈਆਂ, ਜਿਹਦੇ ਵੀ ਦੀ ਉਹ ਤਾਣੇ ਦੇ ਧਾਗੇ ਗੁਜ਼ਰਦੇ ਸੀ ਕੱਲੇ-ਕੱਲੇ। ਦੇਖੋ ਕਲਾਕਾਰੀ, ਉਹ ਕੱਲਾ-ਕੱਲਾ ਧਾਗਾ ਬਹੁਤ ਹੀ ਬਰੀਕ, ਜ਼ੂਮ ਕਰਕੇ ਦਿਖਾਈ ਪੂਰਾ, ਬਹੁਤ ਹੀ ਬਰੀਕ ਉਹਦੇ ਨਾਲ ਲਗਾਏ ਜਾਂਦੇ ਸੀ ਕੱਲੇ-ਕੱਲੇ ਧਾਗੇ। ਉਸ ਕੰਘੀ ਨੂੰ ਹੱਥੇ ਦੇ ਵਿੱਚ ਫਿੱਟ ਕੀਤਾ ਜਾਂਦਾ ਸੀ। ਇਹਨੂੰ ਕਹਿੰਦੇ ਸੀ ਹੱਥ। ਇਹਦੇ ਵਿੱਚ ਇੱਕ ਤਰ੍ਹਾਂ ਦਾ ਸੁਰਾਖ ਕੱਢਿਆ ਹੋਇਆ, ਜਿੱਥੇ ਮੇਰੀਆਂ ਉਂਗਲਾਂ, ਇਹਦੇ ਵਿੱਚ ਕੰਘੀ ਇਸ ਤਰ੍ਹਾਂ ਫਿੱਟ ਕੀਤੀ ਜਾਂਦੀ ਸੀ। ਇਹ ਹੱਥੇ ਦੇ ਵਿੱਚ ਫਿੱਟ ਕਰਕੇ ਇਹਨੂੰ ਬਾਰ-ਬਾਰ ਉਸ ਬਣਦੇ ਕੱਪੜੇ ਤੇ ਮਾਰਿਆ ਜਾਂਦਾ ਸੀ ਜ਼ੋਰ ਨਾਲ, ਕਿਉਂਕਿ ਉਹ ਧਾਗੇ ਪੂਰੀ ਤਰ੍ਹਾਂ ਇੱਕ ਦੂਜੇ ਨਾਲ ਜੁੜ ਜਾਣ ਅਤੇ ਜੋ ਬੁਣਤੀ ਵਾਲਾ ਕੱਪੜਾ ਉਹ ਪੂਰਾ ਤਰ੍ਹਾਂ ਸਖਤ ਤੇ ਸੰਘਣਾ ਬਣ ਜਾਏ। ਇਸ ਹੱਥੇ ਨੂੰ ਬਾਰ-ਬਾਰ ਬੀਬੀਆਂ ਜਿਵੇਂ ਹੀ ਡਿਜ਼ਾਈਨ ਦਾ ਡੱਬੀ ਦਾ ਕੁਛ ਹੈ, ਜਿਵੇਂ ਆ ਨਲਾਂ ਨੂੰ ਵਗਾਇਆ ਜਾਂਦਾ ਸੀ ਵਾਰੀ-ਵਾਰੀ, ਜੋ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਤੇ ਨਲਾਂ, ਉਹ ਨਲਾਂ ਦੇ ਵਗਾਉਣ ਤੋਂ ਬਾਅਦ ਭਾਵੇਂ ਤਾਂ ਸਿੰਗਲ ਧਾਗਾ ਨੱਪਣਾ ਜਾਂ 2 ਧਾਗਿਆਂ ਨੂੰ ਨੱਪਣਾ ਜਾਂ 4 ਧਾਗਿਆਂ ਨੂੰ ਠੋਕਣਾ, ਉਸ ਤਰ੍ਹਾਂ ਹੀ ਹੱਥੇ ਦੀ ਵਰਤੋਂ ਬਾਰ-ਬਾਰ ਕੀਤੀ ਜਾਂਦੀ, ਜਿਹਨੂੰ ਜ਼ੋਰ ਨਾਲ ਉਸ ਇਹਦੇ ਕੰਘੀ ਦੇ ਨਾਲ ਮਾਰਿਆ ਜਾਂਦਾ। ਉਹ ਕੱਪੜਾ ਪੂਰੀ ਤਰ੍ਹਾਂ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਕੱਪੜਾ ਦਿਖਾ ਰਿਹਾ, ਉਹ ਪੂਰਾ ਸੰਘਣਾ ਤੇ ਵਧੀਆ ਕੱਪੜਾ ਤਿਆਰ ਹੁੰਦਾ ਰਹਿੰਦਾ ਸੀ। ਇਸ ਤਰ੍ਹਾਂ ਸੱਜਣੋ, ਦੂਜੀ ਗੱਲ ਜਿਹੜੀ ਵੱਡੀ ਖਾਸੀਅਤ, ਜਿਹੜੀ ਬਹੁਤ ਵੱਡੀ ਕਲਾਕਾਰੀ, ਜੋ ਕੱਪੜੇ ਦੇ ਵਿੱਚ ਤੁਸੀਂ ਡਿਜ਼ਾਈਨ ਦੇਖ ਰਹੇ ਹੋ, ਵੱਖ-ਵੱਖ ਇਹਨਾਂ ਕੰਘੀਆਂ 'ਚ ਵੀ ਖੇਸਾਂ ਦੇ ਡਿਜ਼ਾਈਨ ਪਏ, ਗਦੈਲੇ ਦਾ ਡਿਜ਼ਾਈਨ। ਇਸ ਡਿਜ਼ਾਈਨ ਨੂੰ ਤਿਆਰ ਕਰਨ ਦੀ ਖਾਤਰ ਕੇਵਲ ਤੇ ਕੇਵਲ ਇਕੱਲੇ ਪੈਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਡੱਬੀਆਂ ਭਾਵੇਂ ਉਹਦੇ 'ਚ ਕਿਸ ਤਰ੍ਹਾਂ ਦਾ ਵੀ ਡਿਜ਼ਾਈਨ ਕੱਪੜੇ ਦੇ ਵਿੱਚ ਪਾਉਣੀ ਸੀ, ਉਹ ਹਜ਼ਾਰਾਂ ਡਿਜ਼ਾਈਨਾਂ, ਸੈਂਕੜੇ ਡਿਜ਼ਾਈਨਾਂ ਸੀ ਸਾਡੀਆਂ ਬੀਬੀਆਂ। ਉਹਨਾਂ ਪੈਰਾਂ ਦੀ ਵਰਤੋਂ ਖਾਤਰ ਇੱਕ ਪੈਰ ਹੁੰਦੇ ਸੀ, ਇਹ ਅਲੱਗ-ਅਲੱਗ ਪੈਰ ਹੁੰਦੇ ਸੀ। ਇਹਨਾਂ ਨੂੰ 4 ਪੈਰੇ ਵੀ ਕਿਹਾ ਜਾਂਦਾ ਸੀ, 6 ਪੈਰੇ ਵੀ ਕਿਹਾ ਜਾਂਦਾ ਸੀ, 3-4 ਪੈਰ ਆ ਜੀ। ਇਹ ਡੰਡੀਆਂ ਪੈਰਾਂ ਦੀਆਂ, ਜਿਨ੍ਹਾਂ ਨਾਲ ਉੱਪਰਲੀ ਤਾਣੀ ਨਾਲ ਡੰਡੀਆਂ ਰਾਹੀਂ ਪੈਰ ਜਿਹੜੇ ਅਟੈਚ ਹੁੰਦੇ ਸੀ। ਦੇਖੋ, ਇਹਨਾਂ ਡੰਡੀਆਂ ਰਾਹੀਂ ਪੈਰ ਅਟੈਚ ਹੁੰਦੇ ਸੀ। ਇਸ ਤਰ੍ਹਾਂ ਹੁੰਦੇ, ਐਂ ਵਰਕ ਕਰਦੇ ਨੱਪੇ ਤੋਂ, ਇਸ ਤਰ੍ਹਾਂ ਐਂ। ਇਹ ਪੈਰਾਂ ਦਾ ਜਿਹੜੀ ਗਿਣਤੀ ਸੀ, ਜਿਵੇਂ ਹੋਰ ਡਿਜ਼ਾਈਨ ਦੇ ਪੈਰ ਆ, ਦੇਖੋ ਹੋਰ ਆ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ। ਇਹ ਅਲੱਗ-ਅਲੱਗ ਪੈਰ ਡਿਜ਼ਾਈਨਾਂ ਲਈ ਵਰਤੇ ਜਾਂਦੇ ਸੀ। ਪੈਰਾਂ ਰਾਹੀਂ ਡਿਜ਼ਾਈਨ ਤਿਆਰ ਕੀਤਾ ਜਾਂਦਾ ਸੀ, ਕਿਹੜੇ ਪੈਰ ਨੂੰ ਚੱਕਣਾ, ਕਿਹਨੂੰ ਨੱਪਣਾ, ਕਿੱਦਾਂ ਡਿਜ਼ਾਈਨ ਤਿਆਰ ਕਰਨਾ, ਕਿੱਥੋਂ ਧਾਗੇ ਤਾਂ ਚੱਕਣੇ ਆ, ਕਿਹੜੇ ਧਾਗਿਆਂ ਨੂੰ ਥੱਲੇ ਕਰਨਾ। ਉਸ ਤਰ੍ਹਾਂ ਦੀਆਂ ਡੱਬੀਆਂ ਜਾਂ ਕੋਈ ਡਿਜ਼ਾਈਨ ਜਾਂ ਕੋਈ ਕਲਾਕਾਰੀ ਉਸ ਕੱਪੜੇ ਦੇ ਵਿੱਚ ਤਿਆਰ ਹੋ ਜਾਂਦੀ ਸੀ, ਸਿਰਫ ਉਹ ਪੈਰਾਂ ਦੀ ਗਿਣਤੀ ਨਾਲ। ਇਹ ਪੈਰ ਕਈ ਪ੍ਰਕਾਰ ਦੇ ਹੁੰਦੇ ਸੀ, ਮੇਰੇ ਕੋਲ ਪੈਰ ਇੱਕ ਹੋਰ ਵੀ ਪਏ ਨੇ, ਦੇਖੋ, ਇਹ ਸੀ। ਇਹ ਹੋਰ ਵੀ ਹੋਰ ਤਰ੍ਹਾਂ ਦੇ ਪੈਰ ਨੇ। ਇਹ ਅਲੱਗ-ਅਲੱਗ ਪੈਰ ਜਿਹੜੇ ਕਿ ਤਾਣੀ ਦੇ ਵਿੱਚ ਵਰਤੇ ਜਾਂਦੇ ਸੀ ਸੱਜਣੋ। ਇਹ ਮੇਨ ਇਹ ਚੀਜ਼ਾਂ ਸੀ, ਇਹ ਅਲੱਗ-ਅਲੱਗ ਵਰਤੀਆਂ ਜਾਂਦੀਆਂ ਸੀ। ਊਰਾ ਹੋ ਗਿਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ। ਉਹ ਡੰਡੇ ਆ ਜਿਹੜੇ ਤਾਣੀ ਨੂੰ ਤਾਂ ਤੋਂ ਸਪੋਰਟ ਦੇ ਕੇ ਖਿਲਾਰਦੇ ਸੀ। ਇੱਕ ਡੰਡਾ ਹੈ, ਡੰਡਾ ਉਹ ਆ ਜੋ ਦੋੜੇ ਨੂੰ ਖਿਲਾਰਿਆ ਜਾਂਦਾ ਸੀ। ਨਲੀਆਂ ਪਾ ਕੇ ਧਾਗੀਆਂ ਭੌਣੀਆਂ ਦੇ ਵਿੱਚ। ਉੱਪਰਲਾ ਡੰਡਾ ਹੈ, ਭਾਵੇਂ ਕਿਸੇ ਛੱਤ ਨਾਲ ਜਾਂ ਕਿਸੇ ਬਾਲੇ ਨਾਲ, ਕਿਸੇ ਉਹਨਾਂ ਬਿਨਾਂ 'ਚ ਸਤੀਲੀ ਨਾਲ ਤਾਂ ਤੋਂ ਤਾਣੀ ਨੂੰ ਬੰਨਿਆ ਜਾਂਦਾ ਸੀ, ਤੇ ਜਿਹਦੇ ਰਾਹੀਂ ਉਹ ਸਿਸਟਮ ਸਾਰਾ ਜਿਵੇਂ
ਹੱਥਾ ਵਗੈਰਾ ਰਸ ਵਗੈਰਾ ਜਿਹਦੇ ਖੜਦੇ, ਕਿਉਂਕਿ ਇਸ ਤਾਣੀ ਦੇ ਜਿਹੜੀਆਂ ਸਾਈਡਾਂ ਸੀ ਖੱਡਾ ਪੱਟ ਕੇ ਮਾਈਆਂ ਬਹਿੰਦੀਆਂ, ਖੱਡੇ 'ਚ ਬੁਣਿਆ ਜਾਂਦਾ ਸੀ ਤੇ ਉਹ ਸਾਈਡਾਂ ਤੇ ਦੋ ਲੱਗੇ ਹੁੰਦੇ ਸੀ ਕਿੱਲੇ, ਉਹਨਾਂ ਕਿੱਲਿਆਂ ਦੇ ਉੱਤੇ ਇਹ ਰੱਖਿਆ ਜਾਂਦਾ ਸੀ। ਸੱਜਣੋ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਖੱਡਾ ਪੱਟ ਕੇ ਚੌਰਸ ਖੱਡਾ ਪੱਟਿਆ ਜਾਂਦਾ ਜ਼ਮੀਨ ਤੇ, ਜਿਹਦੇ ਤੇ ਗੋਡੇ ਮੇਰੇ ਗੋਡਿਆਂ ਦੀ ਤਰ੍ਹਾਂ ਸਥਿਰ ਹੋ ਜਾਂਦੇ ਥੱਲੇ ਬਹਿ ਕੇ। ਉਹ ਖੱਡੇ ਦੇ ਦੋਨੇ ਸਾਈਡਾਂ ਤੇ 2 ਕਿੱਲੇ ਗੱਡੇ ਜਾਂਦੇ ਸੀ ਚੌਰਸ ਵੱਡੇ। ਉਹਨਾਂ ਕਿੱਲਿਆਂ 'ਚ ਇੱਕ ਬਣਾਇਆ ਜਾਂਦਾ ਕੱਟ, ਜਿਵੇਂ ਕੱਟ ਕਹਿੰਦੇ ਨੇ, ਕੱਟ ਬਣਾ ਕੇ ਇੱਕ ਖਾਂਚਾ ਕੱਢਿਆ ਜਾਂਦਾ। ਉਹ ਖਾਂਚੇ ਵਿੱਚ ਆਹ ਚੀਜ਼ਾਂ ਟਿਕਦੀਆਂ ਸੀ, ਤੁਰਦ, ਆਹ ਲੱਕੜ ਚੌਰਸ, ਇਹਨੂੰ ਤੁਰ ਦਾ ਨਾਂ ਦਿੱਤਾ ਜਾਂਦਾ। ਤੁਰ, ਇਹ ਤੁਰ ਕੀ ਕੰਮ ਕਰਦੀ ਸੀ? ਤਿਆਰ ਹੋਇਆ ਕੱਪੜਾ ਇਹਦੇ ਉੱਤੇ ਵਲੇਟਿਆ ਜਾਂਦਾ ਸੀ। ਇਹ ਉਹ ਜਿਹੜੇ ਸਾਈਡਾਂ ਤੇ ਖੱਡੇ ਕਿੱਲੇ ਟੋਏ ਦੇ, ਉਹਨਾਂ ਖਾਂਚਿਆਂ ਦੇ ਵਿੱਚ ਆਹ ਚੀਜ਼ ਟਿਕਦੀ ਸੀ। ਆਹ ਦੇਖੋ, ਆਹ ਦੋਨੇ ਪਾਸੇ ਦੇ ਹੱਥ ਕੇ ਕੱਢੇ, ਇਹ ਚੀਜ਼ ਟਿਕਦੀ, ਇਹਦੇ ਤੇ ਤਿਆਰ ਕੱਪੜਾ ਇਸ ਤਰ੍ਹਾਂ ਇਹਨੂੰ ਕਰਕੇ ਵਲੇਟਿਆ ਜਾਂਦਾ। ਅਤੇ ਤਣੇ ਹੋਏ ਕੱਪੜੇ ਨੂੰ ਖਲਿਆਰ ਦੀ ਖਾਤਰ ਇਹਦੇ 'ਚ ਦੋਨੇ ਸਾਈਡਾਂ ਤੇ ਸਰਾਖ ਹੁੰਦੇ ਸੀ। ਆਹ ਦੇਖੋ ਸਰਾਖ, ਇੱਕ ਆਹ ਸਰਾਖ ਤੇ ਇੱਕ ਦੂਜੀ ਸਾਈਡ ਆਹ ਸਰਾਖ ਮੇਰੇ ਹੱਥ ਕੋਲ। ਇਹ ਸਰਾਖਾਂ ਜਾਂ ਕੋਈ ਅਰਲੀ ਵਗੈਰਾ, ਜਿਹਨੂੰ ਅਰਲੀ ਵੀ ਕਹਿੰਦੇ ਸੀ, ਜਾਂ ਕੋਈ ਸਰੀਆ ਹੁੰਦਾ, ਜਾਂ ਕੋਈ ਮੋਟੀ ਛਟੀ ਡੰਡਾ ਲਾ ਲਓ, ਉਹਨੂੰ ਉਡਾ ਕੇ ਜ਼ਮੀਨ ਦੇ ਵਿੱਚ ਥੋੜਾ ਕਰਕੇ ਤੇ ਜ਼ਮੀਨ ਦੇ ਵਿੱਚ ਫਸਾਇਆ ਜਾਂਦਾ ਤਾਂ ਕਿ ਕੱਪੜਾ ਬੈਕ ਨਾ ਮੁੜੇ ਤੇ ਤਣਿਆ ਰਵੇ। ਇਹ ਬੈਕ ਸਾਈਡ ਇਹਦੇ ਤੇ ਕੱਪੜਾ ਵਲੇਟਦਾ ਰਹਿੰਦਾ। ਇਹਦੇ ਅੱਗੇ ਬਿਲਕੁਲ ਨਾਲ ਆ ਜਿਹੜੀਆਂ ਕੰਘੀਆਂ ਜਾਂ ਜਿਹਨੂੰ ਰਸ਼ ਕਹਿੰਦੇ ਆ, ਉਹ ਲੱਗਿਆ ਹੁੰਦਾ ਤੇ ਉਹਦੇ ਅਗਲੇ ਪਾਸੇ ਹੱਥਾ ਹੁੰਦਾ, ਜਿਹਨੂੰ ਮਾਰ ਮਾਰ ਕੇ ਕੱਪੜਾ ਤਿਆਰ ਕੀਤਾ ਜਾਂਦਾ ਸੀ। ਇੱਕ ਚੀਜ਼ ਹੋਰ ਵੀ, ਆੜਾ ਤੁਰ ਤੇ ਵਲੇਟਦਾ ਕੱਪੜਾ ਸੀ, ਉਹਦਾ ਸਾਈਜ਼ ਆ ਜਿਹੜਾ ਉਹ ਸੇਮ ਉਹਨਾਂ ਰਵੇ। ਬੁਣਨ ਤੋਂ ਬਾਅਦ ਉਹ ਸੂੰਗੜੇ ਨਾ, ਜਾਂ ਉਹ ਘਟੇ ਵਧੇ ਨਾ, ਤੇ ਜਿੱਥੇ ਬੁਣਤੀ ਕਰ ਰਹੀਆਂ ਸੇਮ 4 ਉਂਗਲਾਂ ਤੇ ਲੇਡੀ ਔਰਤਾਂ ਬੁਣਦੀਆਂ ਸੀ, ਉਹ ਕੱਪੜੇ 'ਚ ਫਰਕ ਨਾ ਪਵੇ, ਉਹਦੇ ਲਈ ਇੱਕ ਆ ਪੰਖ ਲਾਇਆ ਜਾਂਦਾ ਸੀ। ਇਹਨੂੰ ਪੰਖ ਕਹਿੰਦੇ ਸੀ। ਇਹਦੀਆਂ ਕੰਨੀਆਂ ਤਿੱਖੀਆਂ, ਇਹ ਬਿਲਕੁਲ ਜਿਹੜੀ ਆ ਕੰਨੀ ਹੁੰਦੀ ਸੀ ਕੱਪੜੇ ਦੀ, ਤੁਸੀਂ ਆਹ ਵੇਖੋ, ਮੈਂ ਤੁਹਾਨੂੰ ਕੱਪੜਾ ਦਿਖਾ ਰਿਹਾ, ਆਹ ਇਹਦੀਆਂ ਕੰਨੀਆਂ ਦੇ ਉੱਤੇ ਇਸ ਤਰ੍ਹਾਂ ਲਾਇਆ ਜਾਂਦਾ ਸੀ। ਇਹਨੂੰ ਉਧਰੋਂ ਦੂਜੀ ਸਾਈਡ ਲਾਇਆ ਜਾਂਦਾ ਸੀ। ਇਹ ਪੰਖ ਕੱਪੜੇ ਦਾ ਸਾਈਜ਼ ਪੂਰਾ ਰੱਖਦਾ ਸੀ, ਬਰਕਰਾਰ ਭਾਵ ਉਹ ਬੁਣਿਆ ਹੋਇਆ ਕੱਪੜਾ ਨਾ ਘਟਦਾ ਸੀ ਨਾ ਇਕੱਠਾ ਹੁੰਦਾ ਸੀ। ਪੰਜਾਬੀ 'ਚ ਕਹਿ ਲਈਏ ਇਹ ਪੰਖ ਆ ਜਿਹੜਾ, ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਪੰਖ, ਇਸ ਤਰ੍ਹਾਂ ਜਿਵੇਂ ਅੱਜ ਕਿਸੇ ਬੱਚੇ ਨੂੰ ਪੁੱਛ ਕੇ ਵੀ ਪੰਖ ਤਾਂ ਨਾ ਮਾਤਰਾ, ਸ਼ਾਇਦ ਮੈਂ ਨਾ ਕਿਸੇ ਧੀ ਭੈਣ ਨੂੰ ਵੀ ਨਹੀਂ ਪੜ੍ਹੀ ਲਿਖੀ ਨੂੰ ਪਤਾ ਹੋਣਾ ਵੀ ਪੰਖ ਕੀ ਚੀਜ਼ ਹੁੰਦੀ ਹੈ ਜਾਂ ਪੰਖ ਕੈਸੀ ਸ਼ੈ ਹੈ ਤਾਂ ਭਾਵੇਂ ਲੋਹੇ ਦੀਆਂ ਸਰੀਆਂ, ਪਰ ਕਿਸੇ ਸਿਸਟਮ ਨਾਲ ਜੁੜਨ ਕਰਕੇ ਇਹਨਾਂ ਨੂੰ ਕੋਈ ਨਾਮ ਦਿੱਤਾ ਜਾਂਦਾ ਹੈ। ਤੇ ਉਹ ਨਾਂ ਜਿਹੜੇ ਆਪਣੇ ਵਿਰਸੇ 'ਚੋਂ ਲੋਪ ਹੋ ਰਿਹਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆਹ ਊਰੀ ਹੈ, ਆਹ ਨਿੱਕੀ ਊਰੀ ਜਿਹਦੇ ਤੇ ਨਲੀਆਂ ਤਿਆਰ ਕੀਤੀਆਂ ਜਾਂਦੀਆਂ ਸੀ, ਆਹ ਊਰ ਹੈ ਜਿਹਦੇ ਤੇ ਨੜੇ ਤਿਆਰ ਕੀਤੇ ਜਾਂਦੇ ਸੀ, ਆਹ ਤੁਰ ਹੈ ਜਿਹਦੇ ਤੇ ਕੱਪੜਾ ਵਲੇਟਿਆ ਜਾਂਦਾ ਸੀ, ਆਹ ਰਾਸ਼ ਹੈ, ਆਹ ਨਿੱਕੀ ਕੰਘੀ ਹੈ ਜਿਹਦੇ ਤੇ ਅਲੱਗ-ਅਲੱਗ ਤਰ੍ਹਾਂ ਦੇ ਰਾਸ਼ ਸੀ ਤਿੰਨ, ਆਹ ਉਹ ਹੱਥ ਹੈ, ਹੱਥਾ ਜਿਹੜਾ ਕਿ ਤਿਆਰ ਹੁੰਦੇ ਕੱਪੜੇ ਨੂੰ ਠੋਕਿਆ ਜਾਂਦਾ ਜਾਂ ਸੰਘਣਾ ਕਰ ਲਈ ਬੁਣਿਆ ਜਾਂਦਾ, ਮਾਰਿਆ ਜਾਂਦਾ ਸੀ। ਆਹ ਉਹ ਡੰਡੇ ਨੇ ਜਿਹੜੇ ਤਾਣੀ ਲਈ ਕੰਮ ਕਰਦੇ ਸੀ। ਆਹ ਤੇ ਆਹ ਉਹ ਜਿਹੜੇ ਖੇਸਾਂ ਦੇ ਲਈ ਬੁਣਨ ਲਈ ਰਸ਼, ਜਿਹੜੇ ਖੇਸਾਂ ਵਾਲੇ ਰਸ਼ ਅਲੱਗ-ਅਲੱਗ, ਜਿੰਨੇ ਕੁ ਰੰਗ ਅਲੱਗ-ਅਲੱਗ ਤਿਆਰ ਕਰਕੇ ਰੱਖਦੀਆਂ ਔਰਤਾਂ ਕਿ ਜਿਹੜੇ ਰੰਗ ਦੇ ਖੇਸ ਤਿਆਰ ਕਰਨੇ ਆ, ਉਹਨਾਂ ਤੰਦਾਂ ਨੂੰ ਇਹਨਾਂ ਨਾਲ ਜੋੜਿਆ ਜਾਂਦਾ, ਅਗਲੇ ਤਾਣੇ ਨੂੰ ਜੋੜ ਕੇ ਤੇ ਦੁਬਾਰਾ ਫੇਰ ਕੱਪੜੇ ਨੂੰ ਬੁਣਨਾ ਸ਼ੁਰੂ ਕਰ ਦਿੰਦੇ, ਜਿਸ ਤਰ੍ਹਾਂ ਦਾ ਵੀ ਹੁੰਦਾ। ਇਹ ਮਿੱਤਰੋ ਸਾਰਾ ਸਿਸਟਮ ਹੈ ਨਾ ਤਾਣੀ ਦਾ, ਤੁਹਾਨੂੰ ਮੈਂ ਤਾਂ ਦਿਖਾਇਆ। ਆਹ ਦੇਖੋ ਭੌਂੀਆਂ ਜਿਨ੍ਹਾਂ ਦੇ ਉੱਤੇ ਤਾਂ ਤੋਂ ਅਟੈਚ ਕਰਕੇ ਰੱਸੇ ਪਾਏ ਜਾਂਦੇ ਤੇ ਤਾਣੀ ਨੂੰ ਖਲਿਆਰਨ ਦੀ ਖਾਤਰ ਸਿਸਟਮ ਨੂੰ, ਜਿਹੜੇ ਪੈਰਾਂ ਦੇ ਰੱਸੇ ਪਾਏ ਜਾਂਦੇ ਜਿਨ੍ਹਾਂ ਰਾਹੀਂ ਧਾਗਿਆਂ ਨੂੰ ਚੱਕਿਆ ਧਰਿਆ ਜਾਂਦਾ ਤੇ ਉਹ ਡਿਜ਼ਾਈਨ ਤਿਆਰ ਹੋਈ ਜਾਂਦੇ। ਇਹ ਸਾਰਾ ਸਿਸਟਮ ਬੇਟੀ ਇਸ ਤਰ੍ਹਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬਾਰ-ਬਾਰ ਥੋੜੇ ਮੈਂ ਪਹਿਲਾਂ ਤੁਹਾਨੂੰ ਉਹ ਖੱਡੀ ਤਾਣੀ ਦੇ ਸਮਾਨ ਬਾਰੇ ਸਾਰੀ ਜੋ ਨੌਲੇਜ ਦੇ ਕੇ ਆਏ ਹਾਂ ਕਿ ਤੁਹਾਡੇ ਰੂਬਰੂ ਪੂਰਾ ਸਿਸਟਮ ਚੱਲਦਾ ਵੀ ਸਾਡਾ ਕਰਨ ਦਾ ਇਰਾਦਾ ਸੀ। ਸੋ ਅਸੀਂ ਇੱਕ ਸਾਡੀ ਮਾਤਾ ਬੇਬੇ ਕੋਲ, ਜੋ ਕਿ ਇਸ ਸਮੇਂ ਵੀ ਇਸ ਵਿਰਸੇ ਨੂੰ ਸੰਭਾਲੀ ਬੈਠੇ ਆ, ਉਹਨਾਂ ਦੇ ਕੋਲ ਆਇਆ ਮੈਂ ਤੁਹਾਨੂੰ ਦੱਸਣ ਦੇ ਲਈ। ਸੇਮ ਉਹੀ ਗਵਾਚੇ ਬੋਲ, ਜਿਵੇਂ ਉਸ ਬੋਲਾਂ ਦੀਆਂ ਜਿਹੜੀਆਂ ਪਾਣੇ ਅੱਜ ਦੇ ਯੁੱਗ 'ਚ ਇਹ ਚੀਜ਼ਾਂ ਦੀ ਬੜੀ ਅਹਿਮੀਅਤ ਨਹੀਂ, ਪਰ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਕਿ ਸਾਡਾ ਮਕਸਦ ਹੈ ਕਿ ਜਿਨ੍ਹਾਂ ਸਾਧਨਾਂ ਦੇ ਸਿਸਟਮਾਂ ਦੇ ਜਿਨ੍ਹਾਂ ਸੰਦਾਂ ਦੇ ਬੋਲ ਗਵਾ ਚੁੱਕੇ ਉਹਨਾਂ ਬੋਲਾਂ ਨੂੰ ਸੰਭਾਲਣ ਦੀ ਗੱਲ ਤੇ ਸਾਡੇ ਆਉਣ ਵਾਲੀ ਜਨਰੇਸ਼ਨ ਵੀ ਜਾਣੇ ਕਿ ਸਾਡੇ
ਘਰਾਂ ਦਾ ਤੰਦ ਤਾਣਾ ਜਾਂ ਕੀ ਸੀ ਸੀ ਉਸੇ ਤਰ੍ਹਾਂ ਮੈਂ ਮਾਈ ਕੋਲ ਖੜਾ ਜੋ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਜਿਹੜੀਆਂ ਨਲਾਂ ਨੂੰ ਵਗਾਇਆ ਜਾਂਦਾ ਆ ਉਹ ਨਲ ਹੈ, ਆ ਉਹ ਨਲ ਹੈ ਜਿਹੜੀ ਜੋ ਮਾਤਾ ਧਾਗਾ ਬਣਾਉਂਦੀ ਹੈ। ਆਹ ਦੇਖੋ ਨਲਕੀ ਵਿੱਚ ਜਿਹੜੀ ਮੈਂ ਤੁਹਾਨੂੰ ਆਖਿਆ ਸੀ ਆ ਤੋੜ ਰਾਹੀਂ ਇਹਦੇ ਵਿੱਚ ਪਾਈ ਹੈ ਤੇ ਆਹ ਉਹ ਨਲ ਹੈ ਜਿਹਦਾ ਧਾਗਾ ਮਾਤਾ ਵਗਾ ਰਹੀ ਹੈ ਤੇ ਆ ਕੱਪੜਾ ਪਿਆ ਆਹ ਉਹ ਗਾਜ ਹੈ ਜਿਹਨੂੰ ਮਾਰਿਆ ਹੈ ਹੱਥਾ ਕਹਿੰਦੇ ਜਾਂ ਉਹ ਹੱਥਾ ਜਿਹੜਾ ਕੱਪੜੇ ਨੂੰ ਸੰਘਣਾ ਕਰਨ ਦੀ ਖਾਤਰ ਬਾਰ-ਬਾਰ ਮਾਰਿਆ। ਆਹ ਉਹ ਰਸ਼ ਹੈ ਜਿਹੜੇ ਰਸ਼ਾਂ ਨਾਲ ਉਸ ਤਾਣੇ ਦੇ ਧਾਗਿਆਂ ਨੂੰ ਲੰਘਾਇਆ ਗਿਆ ਜੋ ਕਹਿੰਦੇ ਜੋ ਰਸ਼ ਮਤਲਬ ਉਹ ਕਾਨਿਆਂ ਦੇ ਰਸ਼ ਵੀ ਦਿਖਾਈ ਸੀ ਜਿਹੜੇ ਕਿ ਦੂਜੇ ਹੋਰ ਕੱਪੜੇ ਜਾਂ ਗਦਾਈਆਂ ਦੀ ਵਰਤਦੇ ਨੇ। ਇਹ ਉਹ ਰਸ਼ ਹੈ ਅਲੱਗ-ਅਲੱਗ ਕੱਪੜੇ ਦੀ ਜਿਸ ਤਰ੍ਹਾਂ ਦਾ ਵੀ ਰਸ਼ ਲਾਇਆ ਜਾਂਦਾ ਸੀ ਜਾਂ ਤਾਣਾ ਬਿਰਲਾ ਰੱਖਣਾ ਸੀ ਉਸ ਤਰ੍ਹਾਂ ਦੇ ਰਸ਼ ਵੀ ਆਓ ਭੋਗਣਾ ਭਾਵੇਂ ਕਹਿੰਦੇ ਜਿਹੜੇ ਨੂੰ ਆਪ ਮਾਤਾ ਨੇ ਲੋਹੇ ਦੀ ਖੜੀ ਤਿਆਰ ਕਰਦੀ ਹੈ। ਪਹਿਲਾਂ ਇਸੇ ਸਿਸਟਮ ਨੂੰ ਇੱਕ ਟੋਆ ਪੱਟ ਕੇ ਇੱਥੇ ਸਾਈਡਾਂ ਤੇ ਜ਼ਮੀਨ 'ਚ ਕਿਤੇ ਕੱਢ ਕੇ ਤੁਰ ਨੂੰ ਬੰਨਿਆ ਜਾਂਦਾ ਸੀ। ਮੈਂ ਤੁਹਾਨੂੰ ਪਹਿਲਾਂ ਸੁਣਾਉਣਾ ਵੀ ਕਿੱਦਾਂ ਗਿਆ ਤੁਰ ਆਉਂਗੀ ਜਿਹੜਾ ਡੰਡਾ ਲੱਗਿਆ ਨੂੰ ਕਦਰ ਦੀ ਖਾਤਰ ਆ ਤੁਰ ਤੇ ਕੱਪੜਾ ਤਿਆਰ ਹੋਇਆ ਕੱਪੜਾ ਤੇ ਲੈ ਕੇ ਆ ਜਿਸ ਤਰ੍ਹਾਂ ਮਾਤਾ ਤਿਆਰ ਕਰ ਆਉਂਗੀ ਪੰਖ ਜਿਹੜੇ ਕਿ ਮੈਂ ਤੁਹਾਨੂੰ ਦੱਸ ਕੇ ਨਾ ਕਿ ਕੱਪੜੇ ਦਾ ਸਾਈਜ਼ ਨਹੀਂ ਕੱਟਣ ਦਿੰਦੇ ਆਓ ਲੱਗੇ ਹੋਏ ਪੰਖ ਜਿਹੜੇ ਕਿ ਇਸ ਤਰ੍ਹਾਂ ਜਿਵੇਂ ਜਿਵੇਂ ਕੱਪੜਾ ਜਿਹੜੇ ਸਿਰ ਰੱਖਣਾ ਮਾਤਾ ਕੰਨਾਂ ਤੇ ਲਾ ਕੇ ਉਹ ਪੰਖ ਨੂੰ ਕੱਪੜੇ ਨੂੰ ਤਿਆਰ ਕੀਤਾ ਜਾਂਦਾ ਸੀ। ਉਹਦਾ ਜਿਵੇਂ ਜਿਵੇਂ ਕੱਪੜਾ ਤਿਆਰ ਹੁੰਦਾ ਆਹ ਦੇਖੋ ਇਸ ਤਰ੍ਹਾਂ ਇਹਨੂੰ ਕੱਸ ਕੇ ਆਏ ਉਸ ਕੱਪੜੇ ਨੂੰ ਤਣਿਆ ਜਾਂਦਾ ਆਹ ਤੁਰ ਨੂੰ ਘੁਮਾਇਆ ਜਾਂਦਾ ਕੱਪੜਾ ਦੇ ਉੱਪਰ ਤਿਆਰ ਕਰਕੇ ਰੱਖਣਾ ਹੁੰਦਾ। ਜਿੰਨੀ ਵੀ ਲੰਬਾਈ 'ਚ ਕੱਪੜਾ ਤਿਆਰ ਹੁੰਦਾ ਉਹਨੇ ਦੇ ਬਾਹਰ ਕੱਪੜੇ ਦੇ ਪੈਂਦੇ ਨੇ। ਜਿਵੇਂ ਜਿਵੇਂ ਆ ਤਿਆਰ ਕੱਪੜਾ ਤੁਰ ਕੇ ਲੇਟਿਆ ਜਾਂਦਾ ਕਸਿਆ ਜਾਂਦਾ ਜਿਵੇਂ ਜਿਵੇਂ ਤਾਣਾ ਤੇ ਗੁਰਖੀ ਦੇ ਤਿਆਰ ਹੋਇਆ ਤੁਰ ਤੇ ਲੱਗਦਾ ਉਵੇਂ ਇਧਰੋਂ ਮਾਈਆਂ ਦੇ ਕੋਲ ਚੱਸਾ ਲੱਗ ਗਿਆ ਇਹ ਰਸਤੇ ਨੂੰ ਉਵੇਂ ਢਿੱਲਾ ਛੱਡਿਆ ਜਾਂਦਾ ਉਧਰੋਂ ਤਾਣਾ ਇੱਧਰ ਨੂੰ ਆਉਂਦਾ ਰਹਿੰਦਾ। ਉਹਨੂੰ ਚੰਗੀ ਤਰ੍ਹਾਂ ਦੇਖੋ ਉੱਥੇ ਇੱਕ ਕਿੱਲੇ ਦੇ ਉੱਪਰ ਭੌਣੀ ਲਾਈ ਜਾਂਦੀ ਹੈ ਉੱਪਰੋਂ ਭੌਣੀ ਹੈ ਜਿਹੜੀ ਉਹ ਭੌਣੀ ਤੇ ਰੱਸਾ ਘੁੱਟਦਾ ਰਹਿੰਦਾ ਤੇ ਤਾਣਾ ਆਟੋਮੈਟਿਕਲੀ ਉਹਦੇ ਵਿੱਚ ਆਉਂਦਾ ਰਹਿੰਦਾ। ਜਿਵੇਂ ਜਿਵੇਂ ਆ ਤਿਆਰ ਹੋਇਆ ਕੱਪੜਾ ਤੁਰ ਤੇ ਵਲੇਟਿਆ ਜਾਂਦਾ ਤੇ ਉਵੇਂ ਉਵੇਂ ਰੱਸੇ ਨੂੰ ਛੱਡਿਆ ਜਾਂਦਾ ਜਿਹੜਾ ਕਿ ਤਾਣਾ ਵਲੇਟਦਾ ਰਹਿੰਦਾ। ਆ ਰੱਸਾ ਹੈ ਆ ਵੀਰੋ ਉਹੀ ਰਾਸ਼ ਆ ਉਹੀ ਭੌਣੀਆਂ ਜਿਨ੍ਹਾਂ ਰਾਹੀਂ ਇਹ ਚੱਕੇ ਧਰੇ ਜਾਂਦੇ ਆ। ਮੈਂ ਤੁਹਾਨੂੰ ਦੱਸਿਆ ਸੀ ਕਿ ਮਾਈਆਂ ਆਪਣੇ ਡਿਜ਼ਾਈਨ ਮੁਤਾਬਕ ਧਾਗਿਆਂ ਨੂੰ ਉੱਪਰ ਹੀ ਠੀਕ ਕਰਦੀਆਂ ਰਹਿੰਦੀਆਂ। ਜੋ ਵੀ ਕੱਪੜੇ 'ਚ ਡਿਜ਼ਾਈਨ ਪਾਉਣਾ ਉਹ ਪੈਰਾਂ ਦੀ ਕਲਾ ਨਾਲ ਪੈਂਦਾ ਹੈ। ਆ ਉਹ ਪੈਰ ਹੈ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਕਿ ਅਲੱਗ-ਅਲੱਗ ਗਿਣਤੀ 'ਚ ਲਾਏ ਜਾਂਦੇ ਆ। ਉਹ ਵੇਖੋ ਮਾਤਾ ਹਰ ਜਦੋਂ ਨਾਲ ਬਣਾਉਂਦੀ ਹੈ ਤਾਂ ਪੈਰਾਂ ਦੀ ਡਾਇਰੈਕਸ਼ਨ ਨੂੰ ਬਦਲਦੀ ਹੈ ਚੇਂਜ ਕਰਦੀ ਹੈ। ਉਹ ਪੈਰਾਂ ਦੀ ਕਲਾ ਭਾਵੇਂ ਗੁਰੂ ਦਾ ਸਮੇਂ ਕਾਫੀ ਅਨਪੜ੍ਹ ਸੀ ਪੜ੍ਹਾਇਆ ਲਿਖਾਇਆ ਨਹੀਂ ਜਾਂਦਾ ਸੀ ਪਰ ਫਿਰ ਵੀ ਦੇਖੋ ਸੱਜਣੋ ਕਿ ਕਲਾ ਕਿ ਡਿਜ਼ਾਈਨ ਕੱਪੜੇ ਦਾ ਪੈਰਾਂ ਦੇ ਹਿਸਾਬ ਨਾਲ ਹੀ ਬਣਾਇਆ ਜਾਂਦਾ ਸੀ। ਉਹ ਪੈਰਾਂ ਦੀ ਇਸ ਤਰ੍ਹਾਂ ਦੀ ਤੀਬਰਤਾ ਬੰਨੀ ਜਾਂਦੀ ਸੀ ਕਿ ਪੈਰ ਹੀ ਆਟੋਮੈਟਿਕਲੀ ਸਹਿਜੇ ਸੁਭਾਅ ਕੰਮ ਕਰਦੇ ਰਹਿੰਦੇ ਸੀ ਤੇ ਕੱਪੜੇ 'ਤੇ ਡਿਜ਼ਾਈਨ ਪੈਂਦਾ ਰਹਿੰਦਾ ਸੀ। ਜਿੰਨਾ ਪੰਜੀ ਬੁਣਾ ਹੱਥਾਂ ਤੋਂ ਕੰਮ ਲੈਂਦੀਆਂ ਬਰਾਬਰ ਪੈਰਾਂ ਤੋਂ ਕੰਮ ਲੈਂਦਾ। ਇਹ ਸਾਰਾ ਸਿਸਟਮ ਇੱਕ ਤੰਦਰੁਸਤੀ ਦਾ ਰਾਜ ਵੀ ਸੀ। ਦੇਖੋ ਸਾਰਾ ਸਰੀਰ ਵਰਕ ਕਰਦਾ ਸੀ ਜਿੰਨਾ ਹੱਥ ਵਰਕ ਕਰਦੇ ਕੱਪੜੇ ਦੇ ਉਨਾ ਹੀ ਪੈਰ ਵਰਕ ਕਰਦੇ ਸੀ। ਬਸ ਉਹ ਵੇਖੋ ਇੱਕ ਪਾਸੇ ਸੇ ਉਹ ਪੈਰਾਂ ਦੇ ਪੈਰ ਜਿਵੇਂ ਜਿਵੇਂ ਕੱਪੜੇ 'ਤੇ ਡਿਜ਼ਾਈਨ ਪੈਂਦਾ ਉਸ ਧਾਗੇ ਨੂੰ ਚੱਕਿਆ ਧਰਿਆ ਜਾਂਦਾ ਕਰਿਆ ਜਾਂਦਾ ਉਵੇਂ ਹੀ ਇਸ ਹੱਥੇ ਨੂੰ ਬਾਰ-ਬਾਰ ਉਸ ਧਾਗੇ ਦੇ ਉੱਪਰ ਮਾਰਿਆ ਜਾਂਦਾ ਉਹਨੂੰ ਸੰਘਣਾ ਕਰ ਲਈ ਤੇ ਕੱਪੜਾ ਪੂਰੀ ਤਰ੍ਹਾਂ ਤਿਆਰ ਹੁੰਦਾ ਰਹਿੰਦਾ ਸੀ। ਇਹ ਇਸ ਤਰ੍ਹਾਂ ਦਾ ਸਿਸਟਮ ਸੀ ਦੋਨੋਂ ਭਾਵੇਂ ਹੁਣ ਖੱਡੀ ਨਵੀਂ ਬਣ ਚੁੱਕੀ ਹੈ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਪਾਈਪਾਂ ਤੇ ਪਰ ਕਿਸੇ ਟਾਈਮ ਕਿਸੇ ਸਿਸਟਮ ਨੂੰ ਇੱਕ ਖੱਡਾ ਪੱਟ ਕੇ ਆਹ ਸਾਈਡਾਂ ਦੀ ਜਗ੍ਹਾ ਤੇ ਜਿੱਥੇ ਆ ਤੁਰਦੀਆਂ ਬਾਬੂ ਪਾਏ ਗਏ ਆ ਇੱਥੇ ਇੱਕ ਕਿੱਲੇ ਕੱਢੇ ਜਾਂਦੇ ਉਹਨਾਂ ਦੀ ਇੱਕ ਖਾਂਚਾ ਕੱਢ ਕੇ ਇਹਨੂੰ ਧਰਿਆ ਜਾਂਦਾ ਸੀ। ਇਸ ਤਰ੍ਹਾਂ ਦਾ ਸਿਸਟਮ ਹੁੰਦਾ ਸੀ। ਟੋਏ ਦੇ ਵਿੱਚੋਂ ਤਾਣਾ ਬਾਹਰ ਨੂੰ ਕੱਢਿਆ ਜਾਂਦਾ ਸੀ ਉਹ ਕਰਕੇ ਮਾਈਆਂ ਕਰੀ ਹੋਰ ਚੀਜ਼ ਨੂੰ ਬੋਲ ਰਿਹਾ ਸੀ। ਇਸ ਤਰ੍ਹਾਂ ਦਾ ਸਿਸਟਮ ਸਮਝੋ ਉਹ ਭਾਵੇਂ ਯੁੱਗ ਦੇ ਹਿਸਾਬ ਨਾਲ ਇਹਨਾਂ ਚੀਜ਼ਾਂ ਦੀ ਬੜੀ ਮਿਹਨਤ ਤਾਂ ਨਹੀਂ ਰਹੀ ਤੇ ਅੱਜ ਕੋਈ ਕਰ ਵੀ ਨਹੀਂ ਸਕਦਾ ਤੇ ਅੱਜ ਜੇ ਬੰਦੇ ਦੀ ਮਿਹਨਤ ਨੂੰ ਜਾਂ ਤੇ ਦਿਹਾੜੀ ਦਾ ਪੈਸੇ ਨੂੰ ਕੈਲਕੂਲੇਟ ਕਰਿਆ ਜਾਵੇ ਤਾਂ ਮਿਹਨਤ ਹੀ ਹਜ਼ਾਰਾਂ ਦੀ ਚਲੀ ਜਾਊਗੀ ਪਰ ਸਾਡਾ ਮੇਨ ਮਕਸਦ ਕਿਉਂ ਗਵਾਚੇ ਹੋਏ ਹੋਰ ਜਿਨ੍ਹਾਂ ਚੀਜ਼ਾਂ ਨੂੰ ਮੈਂ ਦੱਸਿਆ ਕਿ ਤੁਰ ਆ ਭੌਣੀਆਂ ਆ ਰਾਸ਼ ਆ ਹੱਥੇ ਆ ਪੰਖਾਂ ਆ ਤਾਣੇ ਆ ਪੇਟੇ ਆ ਕਾਨੇ ਉਹ ਬੰਨੇ ਹੋਏ ਡੰਡੇ ਇਹ ਭਾਵੇਂ ਇਹ ਚੀਜ਼ਾਂ ਸ਼ਾਇਦ ਆਉਣ ਵਾਲੀ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ
ਸਾਡਾ ਮੇਨ ਮਕਸਦ ਵੀਡੀਓ ਬਣਾਉਣ ਦਾ ਸਿਰਫ ਇਹ ਹੈ ਕਿ ਅਸੀਂ ਗਵਾਚੇ ਹੋਏ ਬੋਲਾਂ ਨੂੰ ਮੁੜ ਜੀਵ ਕਰੀਏ ਤੇ ਤੁਹਾਡੇ ਸਾਹਮਣੇ ਰੱਖੀਏ। ਬਾਕੀ ਸੰਗਤ ਦਾ ਧੰਨਵਾਦ।